ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵੀਐ ਮਨ ਨਿਰਮਲਾ ਭਏ ਪਵਿੱਤ ਸਰੀਰ। ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ। ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ। ਮਨ ਰੇ ਸਤਿਗੁਰੂ ਸੇਵ ਨਿਸੰਗ। ਸਤਿਗੁਰੂ ਸੇਵਿਐ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ। ਰਹਾਉ ਸੱਚੈ ਸ਼ਬਦ ਪਤ ਊਪਜੈ ਸੱਚੇ ਸੱਚਾ ਨਾਉ। ਜਿਨੀ ਹਉਮੈ ਮਾਰ ਪਛਾਣਿਆ ਹਉ ਤਿਨ ਬਲਿਹਾਰੈ ਜਾਉ। ਮਨ ਮੁਖ ਸੱਚ ਨਾ ਜਾਣਨੀ ਤਿਨ ਠੌਰ ਨ ਕਤਹੂੰ ਥਾਉ। ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ। ਸਦਾ ਸੱਚ ਸਲਾਹਣਾ ਸੱਚੈ ਸ਼ਬਦ ਨਿਵਾਸ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ। ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਸੋਏ। ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ। ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ। ਸਤਿਗੁਰੂ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ। ਜਮ ਦਰ ਬੱਧੈ ਮਾਰੀ ਹੈ ਕੂਕ ਨ ਸੁਣੈ ਪੁਕਾਰ। ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਇਹ ਜਗ ਜਲਤਾ ਦੇਖ ਕੈ ਭਜ ਪਏ ਸਤਿਗੁਰੂ ਸ਼ਰਣਾ। ਸਤਿਗੁਰੂ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ। ਸਤਿਗੁਰੂ ਸੱਚਾ ਹੈ ਬੋਹਿਤਾ ਸ਼ਬਦੇ ਭਵ ਜਲ ਤਰਨਾ। ਲੱਖ 84 ਫਿਰਦੇ ਰਹੇ ਬਿਨ ਸਤਿਗੁਰੂ ਮੁਕਤ ਨਾ ਹੋਈ। ਪੜ ਪੜ ਪੰਡਤ ਮੁਨੀ ਥਕੇ ਦੂਜੈ ਭਾਏ ਪਤ ਖੋਈ। ਸਤਿਗੁਰੂ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ। ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ। ਤਿਨਾ ਨਿਜ ਕਰਵਾਸਾ ਪਾਇਆ ਸੱਚੇ ਮਹਿਲ ਰਹਨ। ਨਾਨਕ ਭਗਤ ਸੁਖੀਏ ਸਦਾ ਸੱਚੈ ਨਾਮ ਰਚਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਤਿਗੁਰੂ ਜੀ ਦੀ ਅਪਾਰ ਰਹਿਮਤ ਤੇ ਕਿਰਪਾ ਦੇ ਨਾਲ ਜੋ ਗਿਆਨ ਦੇ ਸਾਗਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਪਾਂ ਰੋਜ਼ ਚੁੱਭੀ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਧਰਮਸ਼ਾਲਾ ਗਰੁੱਪ ਜੋ ਵੀਰਾਂ ਵੱਲੋਂ ਨਿਰੰਤਰ ਚੱਲ ਰਿਹਾ ਹੈ, ਜਿਸ ਵਿੱਚ ਨਿਰੰਤਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਲੜੀਵਾਰ ਚੱਲ ਰਹੀ ਹੈ। ਪਿਛਲੇ ਸ਼ਬਦ ਜੋ ਆਪ ਜੀ ਨੇ ਸਰਵਣ ਕੀਤੇ ਨੇ ਸ਼੍ਰੀ ਰਾਗ ਦੇ ਅੰਗ ਨੰਬਰ 69 ਦੇ ਉੱਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦੀ ਵਿਚਾਰ ਜੋ ਕੱਲ ਰੋਜ਼ ਤੁਸੀਂ ਸਰਵਣ ਕੀਤੀ ਸੀ। ਸ਼੍ਰੀ ਰਾਗ ਦੇ ਅਸ਼ਟਪਦੀਆਂ ਦੇ ਸ਼ਬਦ ਦੇ ਵਿੱਚੋਂ ਸ਼ਬਦ ਨੰਬਰ 24 ਦੀ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਗਈ ਸੀ। ਅੱਜ ਦਾ ਜੋ ਸ਼ਬਦ ਆਪ ਜੀ ਨੇ ਹੁਣੇ ਪਾਠ ਰੂਪ ਦੇ ਵਿੱਚ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ 25 ਨੰਬਰ ਸ਼ਬਦ ਹੈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਨੰਬਰ 69 ਦੇ ਉੱਪਰ ਸੁਭਾਇਮਾਨ ਹੈ, 69 ਦੇ ਉੱਪਰ। ਸਤਿਗੁਰੂ ਜੀ ਨੇ ਪਾਵਨ ਸ਼ਬਦ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਮਨੁੱਖ ਦੇ ਮਨ ਦੀ ਕਹਾਣੀ ਬਿਆਨ ਕੀਤੀ ਹੈ। ਜਿਵੇਂ ਕੱਲ ਦੇ ਸ਼ਬਦ ਵਿੱਚ ਵੀ ਸਤਿਗੁਰੂ ਜੀ ਨੇ ਬਹੁਤ ਕੁਝ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਮੈਂ ਕੱਲ ਵਾਸਤੇ ਪਹਿਲਾਂ ਖਿਮਾ ਚਾਹੁੰਦਾ। ਕੱਲ ਮੈਂ ਕੰਮ ਤੋਂ ਥੱਕਿਆ ਆਇਆ ਸੀ, ਇਸ ਕਰਕੇ ਮੇਰਾ ਧਿਆਨ ਨਹੀਂ ਸੀ ਸ਼ਬਦ ਦੇ ਵਿੱਚ ਤੇ ਮੈਂ ਕੱਲ ਵਾਸਤੇ ਮਾਫੀ ਚਾਹੁੰਦਾ। ਅੱਜ ਦੀ ਵਿਚਾਰ ਜਿਹੜੀ ਆਪਾਂ ਸਤਿਗੁਰੂ ਦੀ ਕਿਰਪਾ ਨਾਲ ਕਰਨ ਲੱਗੇ ਹਾਂ। ਸ਼ਬਦ ਬੜੇ ਲੰਬੇ ਨੇ, ਅਸ਼ਟਪਦੀਆਂ ਦੇ ਸ਼ਬਦ ਨੇ
ਤੇ ਭਾਵਨਾ ਇਹ ਹੈ ਕਿ ਦੋ ਭਾਗਾਂ ਦੇ ਵਿੱਚ ਆਪਾਂ ਵਿਚਾਰ ਕਰਾਂਗੇ। ਅੱਜ ਪਹਿਲੇ 4 ਬੰਦਾਂ ਦੀ ਵਿਚਾਰ ਕਰਾਂਗੇ ਤੇ ਕੱਲ ਦੂਸਰੇ 4 ਬੰਦਾਂ ਦੀ ਕਰਾਂਗੇ, ਤਾਂ ਕਿ ਸਾਨੂੰ ਸ਼ਬਦ ਦੀ ਗੱਲ ਸਮਝ ਵਿੱਚ ਆਵੇ। ਕਾਲੀ ਕਾਲੀ ਦੇ ਵਿੱਚ ਆਨੰਦ ਨਹੀਂ ਆਉਂਦਾ ਸ਼ਬਦ ਸਮਝਣ ਦਾ। ਸਤਿਗੁਰੂ ਜੀ ਰਾਹਾਉ ਦੀਆਂ ਪੰਕਤੀਆਂ ਨੂੰ ਪਹਿਲਾਂ ਆਪਾਂ ਧਿਆਨ ਗੋਚਰੇ ਕਰੀਏ ਕਿ ਸਤਿਗੁਰੂ ਜੀ ਰਾਹਾਉ ਦੀਆਂ ਪੰਕਤੀਆਂ 'ਚ ਕੀ ਸਮਝਾ ਰਹੇ ਨੇ। ਸਭ ਕਹਿੰਦੇ ਮਨ ਰੇ ਸਤ ਗੁਰ ਸੇਵ ਨਿਸੰਗ, ਸਤਿਗੁਰ ਸੇਵੀਐ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ। ਮਨੁੱਖ ਨੂੰ ਇਹ ਗੱਲ ਸਮਝਾਉਣ ਦੀ ਧੰਨ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਤੂੰ ਸੱਚ ਦਾ ਪੱਲਾ ਫੜਨਾ ਹੈ ਨਾ, ਤੇ ਇਹ ਮਨੁੱਖ ਫਿਰ ਤੈਨੂੰ ਸ਼ਰਮ ਲਾਉਣੀ ਪਊਗੀ। ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ ਜਦੋਂ ਜਗਤ ਵਿੱਚ ਝਾਤੀ ਮਾਰ ਕੇ ਵੇਖਦੇ ਹੋ ਨਾ, ਮਨੁੱਖ ਇੰਨਾ ਬੇਸ਼ਰਮ ਹੋ ਕੇ ਝੂਠ ਨਹੀਂ ਬੋਲਦਾ ਜਿੰਨਾ ਇਹ ਸ਼ਰਮ ਕਰਦਾ ਹੈ ਸੱਚ ਬੋਲਣ ਵਾਸਤੇ। ਸੱਚ ਦਾ ਕਰਮ ਕਰਨਾ ਹੋਵੇ ਤੇ ਇਹ ਬਹੁਤ ਸੰਗੇਗਾ, ਪਰ ਝੂਠ ਬੋਲਣਾ ਹੋਵੇ ਤੇ ਨਿਸੰਗ ਹੋ ਕੇ ਬੋਲੇਗਾ। ਸਤਿਗੁਰੂ ਕਹਿੰਦੇ ਜਦ ਕਿ ਕਰਮ ਸੱਚ ਦਾ ਕਰਨ ਲੱਗਿਆਂ ਸ਼ਰਮ ਕਾਦੀ, ਸੱਚ ਦੇ ਗਿਆਨ ਨੂੰ ਧਾਰਨ ਕਰਨ ਲੱਗਿਆਂ ਸ਼ਰਮ ਕਾਦੀ। ਤੁਸੀਂ ਦੇਖੋ ਵੀ ਅੱਜ ਮਨੁੱਖ ਦੇ ਅੰਦਰ ਦੀਆਂ ਵਿਚਾਰਾਂ ਮਨੁੱਖ ਨੇ ਗੁਲਾਮ ਕਰ ਲਈਆਂ ਨੇ। ਬ੍ਰਾਹਮਣ ਨੇ ਰੱਬ ਦਾ ਜਿਹੜਾ ਗੋਰਖ ਧੰਦਾ ਚਲਾਇਆ ਸੀ, ਅੱਜ ਮਾਫ ਕਰਨਾ ਅਸੀਂ ਵੀ ਉਸੇ ਹੀ ਰੱਬ ਦੇ ਨਾਂ ਤੇ ਗੋਰਖ ਧੰਦੇ ਦੇ ਵਿੱਚ ਐਸੇ ਫਸਦੇ ਜਾ ਰਹੇ ਹਾਂ। ਸਾਡੇ ਗੁਰਦੁਆਰਿਆਂ ਦੇ ਵਿੱਚ, ਧਾਰਮਿਕ ਸਥਾਨਾਂ ਦੇ ਵਿੱਚ ਬ੍ਰਾਹਮਣ ਵੱਲੋਂ ਨੋਮੀਨੇਟ ਕੀਤਾ ਹੋਇਆ ਰੱਬ ਹੀ ਅਸੀਂ ਪੇਸ਼ ਕਰ ਰਹੇ ਹਾਂ, ਜਦ ਕਿ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੀਆਂ ਭਾਵਨਾਵਾਂ ਨੂੰ, ਮਨੁੱਖ ਦੀਆਂ ਵਿਚਾਰਾਂ ਨੂੰ ਸੱਚ ਦੀ ਕਸਵੱਟੀ ਤੇ ਲਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਵੀ ਤੈਨੂੰ ਸੱਚ ਬੋਲਣ ਲੱਗਿਆ ਕਿਸੇ ਦੀ ਗੁਲਾਮੀ ਸਹਿਣ ਦੀ ਲੋੜ ਨਹੀਂ। ਝਾਕਾ ਲਾ ਕੇ ਸੱਚ ਦੇ ਕਰਮ ਤੇ ਕਰ, ਸੱਚ ਦੇ ਰਾਹ ਤੇ ਚੱਲ। ਸਭ ਇਸੇ ਕਰਕੇ ਇੱਥੇ ਸਮਝਾ ਰਹੇ ਨੇ, ਮਨ ਰੇ ਹੇ ਮੇਰੇ ਮਨ, ਝਾਕਾ ਲਾ ਕੇ ਸ਼ਰਮ ਲਾ ਕੇ ਗੁਰੂ ਦੇ ਕੋਲ ਆ, ਗੁਰੂ ਦਾ ਗਿਆਨ ਲੈ, ਸਤਿਗੁਰ ਦੀ ਮੱਤ ਲੈ, ਬਾਣੀ ਪੜ੍ਹ, ਵਿਚਾਰ ਕਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਝ। ਅੱਜ ਸਾਡੇ ਜੀਵਨ ਦੇ ਵਿੱਚ ਜੇ ਰੁਕਾਵਟਾਂ ਆ ਰਹੀਆਂ ਨੇ, ਇਸ ਕਰਕੇ ਆ ਰਹੀਆਂ ਕਿਉਂਕਿ ਅਸੀਂ ਸਤਿਗੁਰ ਦੀ ਬਾਣੀ ਦਾ ਜਿਹੜਾ ਵਿਸ਼ਾ ਹੈ ਇਹ ਬੜਾ ਅਸੀਂ ਗਰੀਬ ਕਰ ਦਿੱਤਾ ਹੈ, ਜਦ ਕਿ ਬੜਾ ਅਮੀਰ ਵਿਰਸਾ ਸੀ ਗੁਰਮਤ ਦਾ। ਅੱਜ ਇਹ ਵਿਸ਼ਾ ਰਹਿ ਗਿਆ ਹੈ ਅਨਪੜ੍ਹ ਭਾਈਆਂ ਦਾ। ਡਾਕਟਰੇਟ ਲੋਕ ਗੁਰਮਤ ਨੂੰ ਸਮਝਣ ਨੂੰ ਤਿਆਰ ਨਹੀਂ, ਜਦ ਕਿ ਜਿੱਦਣ ਪੜ੍ਹੇ ਲਿਖੇ ਲੋਕ ਗੁਰਬਾਣੀ ਸਮਝਣ ਲੱਗ ਪੈਣਗੇ, ਸੱਚ ਜਣਿਓ ਉਦਣ ਹੀ ਅਸੀਂ ਇੱਕ ਮਾਨਵਤਾ ਦਾ ਉਪਦੇਸ਼ ਲੈ ਕੇ ਜਗਤ ਦੇ ਵਿੱਚ ਜਾ ਖਲੋਵਾਂਗੇ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ, ਬਾਣੀ ਨੂੰ ਵਿਚਾਰਨ ਲੱਗਿਆਂ, ਗੁਰੂ ਦਾ ਗਿਆਨ ਲੈਣ ਲੱਗਿਆਂ, ਗੁਰੂ ਦੀ ਮੱਤ ਨੂੰ ਧਾਰਨ ਕਰਨ ਲੱਗਿਆਂ ਸ਼ਰਮ ਨਹੀਂ ਕਰਨੀ ਚਾਹੀਦੀ। ਇਹ ਝਾਕਾ ਲਾ ਦੇ, ਨਿਸੰਗ ਹੋ ਜਾ, ਗੁਰੂ ਦੇ ਗਿਆਨ ਨੂੰ ਰੱਜ ਕੇ ਵੰਡ, ਸੱਚ ਨੂੰ ਸਮਝ। ਇਹ ਨਾ ਸੋਚ ਕਿ ਲੋਕੀ ਕੀ ਕਹਿਣਗੇ। ਜੇ ਤੁਹਾਡੇ ਪੱਲੇ ਗੁਰਮਤ ਦੀ ਕੋਈ ਪੰਕਤੀ ਪੱਲੇ ਪੈਂਦੀ ਹੈ ਜਿਹਦੇ ਅਰਥ ਕਿਸੇ ਟੀਕਾਕਾਰ ਨੇ ਨਹੀਂ ਕੀਤੇ, ਇਹ ਸੋਚ ਕੇ ਨਾ ਬਾਰ ਬਾਈਡਰ ਲਾਓ ਕਿ ਭਾਈ ਕੇਵਲ ਟੀਕਾਕਾਰ ਹੀ ਅਰਥ ਸਹੀ ਕਰ ਸਕਦਾ ਹੈ। ਹੋ ਸਕਦਾ ਤੁਹਾਡੇ ਵਿਚਾਰ, ਤੁਹਾਡੇ ਅੰਦਰ ਦੀ ਸ਼ਕਤੀ, ਤੁਹਾਡੇ ਅੰਦਰ ਦੀਆਂ ਸੋਚਾਂ ਇੰਨੀਆਂ ਆਜ਼ਾਦ ਹੋ ਜਾਣ ਕਿ ਤੁਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਮਝਣ ਲੱਗ ਪਓ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਹੀ ਸਮਝ ਸਕਦਾ ਹੈ ਜੋ ਆਪਣੀ ਸੋਚ ਨੂੰ, ਆਪਣੇ ਝਾਕੇ ਨੂੰ ਲਾ ਦੇਵੇਗਾ, ਜੋ ਆਪਣੇ ਆਪ ਨੂੰ ਆਜ਼ਾਦ ਕਰ ਲਵੇਗਾ। ਇਸੇ ਕਰਕੇ ਸਾਹਿਬ ਜੀ ਕਹਿੰਦੇ ਨੇ, ਮਨ ਰੇ ਸਤਿਗੁਰੂ ਸੇਵ ਨਿਸੰਗ, ਸਤਿਗੁਰੂ ਸੇਵੀਐ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ। ਜਦੋਂ ਤੂੰ ਆਪਣੇ ਮਨ ਦੇ ਝਾਕੇ ਲਾ ਦੇਵੇਂਗਾ, ਆਪਣੇ ਅੰਦਰ ਸੱਚ ਦੇ ਗਿਆਨ ਨੂੰ, ਸਤਿਗੁਰ ਦਾ ਮਤਲਬ ਹੈ ਸਤ ਮਤਲਬ ਸੱਚ, ਗੂ ਦਾ ਮਤਲਬ ਅੰਧੇਰਾ, ਰੂਹ ਦਾ ਮਤਲਬ ਪ੍ਰਕਾਸ਼। ਉਹ ਸੱਚ ਜੋ ਤੁਹਾਡੇ ਅੰਦਰ ਅਗਿਆਨਤਾ ਦੇ ਅੰਧੇਰੇ ਨੂੰ ਖਤਮ ਕਰ ਦੇਵੇ, ਤੁਹਾਡੇ ਅੰਦਰ ਦੀ ਪਹਿਚਾਣ ਕਰਾ ਦੇਵੇ, ਤੁਹਾਨੂੰ ਆਪਣੇ ਆਪੇ ਦੀ ਸੋਝੀ ਹੋਣ ਲੱਗ ਪਵੇ, ਸਮਝ ਆਉਣ ਲੱਗ ਪਵੇ ਕਿ ਮੈਂ ਕੀ ਹਾਂ। ਐਸੇ ਗਿਆਨ ਦੀ ਸਤਿਗੁਰੂ ਸੇਵੀ ਹੈ। ਹੁਣ ਇਹਦੀ ਸੇਵਾ ਕੀ ਹੈ? ਸਤਿਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਮੱਤ ਮੁਤਾਬਕ ਤੁਰਨਾ, ਆਪਣੇ ਮਨ ਵਿੱਚ ਧਾਰਨ ਕਰ ਲੈਣਾ ਗੁਰੂ ਦੇ ਬਚਨਾਂ ਨੂੰ। ਫਿਰ ਕੀ ਹੋਵੇਗਾ? ਹਰ ਮਨ ਵਸੈ, ਤਾਂ ਤੇਰਾ ਮਨ ਰੱਬ ਵਰਗਾ ਬਣ ਜਾਵੇਗਾ। ਜਿਵੇਂ ਪਰਮਾਤਮਾ ਗੁਲਾਮ ਨਹੀਂ, ਤੂੰ ਵੀ ਗੁਲਾਮ ਨਹੀਂ ਰਵੇਂਗਾ। ਫਿਰ ਤੇਰੇ ਮਨ ਦੇ ਵਿੱਚ ਨਿਰੰਕਾਰ ਵਰਗੀ ਪਵਿੱਤਰਤਾ ਦੇ ਖਿਆਲ ਵਸਣ ਲੱਗ ਪੈਣਗੇ। ਲੱਗੈ ਨਾ ਮੈਲ ਪਤੰਗ, ਫਿਰ ਤੇਰੇ ਚਿੱਤ ਦੇ ਵਿੱਚ ਵਿਕਾਰਾਂ ਦੀ ਰੱਤਾ ਜਿੰਨੀ ਮੈਲ ਵੀ ਨਹੀਂ ਲੱਗੂਗੀ। ਪਤੰਗ ਦਾ ਮਤਲਬ ਇੱਥੇ ਕਾਈਟ ਨਹੀਂ,
ਜਾਂ ਪਤੰਗਾ ਨਹੀਂ, ਪਤੰਗ ਦਾ ਮਤਲਬ ਹੈ ਰੱਤਾ ਜਿੰਨੀ ਵੀ, ਥੋੜੀ ਜਿੰਨੀ ਵੀ, ਫਿਰ ਤੇਰੀ ਮਨ ਉੱਤੇ ਮੈਲ ਨਹੀਂ ਚਿੰਬੜੇਗੀ, ਤੇਰਾ ਮਨ ਮੈਲਾ ਨਹੀਂ ਹੋਵੇਗਾ, ਵਿਕਾਰ ਨਹੀਂ ਆਉਣਗੇ ਨੇੜੇ, ਵਿਚਾਰ ਮੈਲੇ ਨਹੀਂ ਆਉਣਗੇ, ਅੰਦਰ ਇੱਕ ਨਿਰਮਲਤਾ ਹੀ ਆਉਣ ਲੱਗ ਪਵੇਗੀ। ਇਹ ਰਹਾਉ ਦੀਆਂ ਪੰਕਤੀਆਂ ਨੇ। ਹੁਣ ਪਹਿਲੇ ਬੰਦ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਕੀ ਹੋਇਆ? ਜਦੋਂ ਮੈਂ ਨਿਸੰਗ ਹੋ ਕੇ, ਜਦੋਂ ਮੈਂ ਆਪਣੀ ਸ਼ਰਮ ਲਾ ਕੇ, ਆਪਣਾ ਝਾਕਾ ਲਾ ਕੇ ਸੱਚ ਕਹਿਣ ਦੀ ਕੋਸ਼ਿਸ਼ ਕੀਤੀ, ਬਿਨਾਂ ਡਰਿਆ, ਬਿਨਾਂ ਕਿਸੇ ਤੇ ਅਧੀਨ ਹੋਇਆ, ਮੈਂ ਜੋ ਸੱਚ ਮੈਨੂੰ ਨਜ਼ਰ ਆ ਰਿਹਾ ਸੀ, ਜੋ ਸੱਚ ਮੈਨੂੰ ਮੇਰੀ ਆਤਮਾ ਕਹਿ ਰਹੀ ਸੀ, ਜਦੋਂ ਮੈਂ ਉਹ ਸੱਚ ਨੂੰ ਕਬੂਲ ਕਰਨਾ ਚਾਲੂ ਕੀਤਾ, ਫਿਰ ਕੀ ਹੋਇਆ? ਸਤਿਗੁਰੂ ਸੇਵੀਐ ਮਨ ਨਿਰਮਲਾ। ਸਭ ਕਹਿੰਦੇ ਫਿਰ ਗੁਰੂ ਦਾ ਪੱਲਾ ਫੜਨ ਦੇ ਨਾਲ, ਸਤ ਗੁਰ ਸੇਵੀਐ, ਸੱਚੇ ਗੁਰੂ ਦੀ ਗਿਆਨ ਦੀ ਰਹਿਮਤ ਨਾਲ ਮਨ ਨਿਰਮਲਾ, ਮੇਰਾ ਮਨ ਮੈਲ ਤੋਂ ਰਹਿਤ ਹੋਣ ਲੱਗ ਪਿਆ, ਮਨ ਉੱਤੋਂ ਵਿਕਾਰਾਂ ਦੀ ਮੈਲ ਉਤਰਨ ਲੱਗ ਪਈ, ਤੇ ਪ੍ਰਾਪਤੀ ਕੀ ਹੋਈ? ਭਏ ਪਵਿੱਤ ਸਰੀਰ, ਤੇ ਨਾਲ ਨਾਲ ਆ ਸਰੀਰ ਵੀ ਪਵਿੱਤਰ ਹੋ ਗਿਆ। ਹੁਣ ਭਾਵ ਸਰੀਰ ਦੇ ਵਿੱਚ ਜਦੋਂ ਅਸੀਂ ਕ੍ਰੋਧ ਕਰਦੇ ਹਾਂ, ਸਰੀਰ ਦਾ ਢਾਂਚਾ ਵਿਗੜ ਜਾਂਦਾ ਹੈ, ਕਾਮ ਕਰਦੇ ਹਾਂ, ਸਰੀਰ ਦਾ ਢਾਂਚਾ ਵਿਗੜ ਜਾਂਦਾ ਹੈ। ਗੱਲ ਕੀ, ਜਦੋਂ ਸਰੀਰ ਮੈਲਾ ਹੋਵੇਗਾ, ਸਰੀਰ ਦਾ ਮੈਲਾ ਹੋਣਾ ਉਦੋਂ ਹੋਵੇਗਾ ਜਦੋਂ ਮਨ ਮੈਲਾ ਹੋਵੇਗਾ। ਮਨ ਮੈਲੇ ਦੀ ਨਿਸ਼ਾਨੀ ਕੀ ਹੈ? ਮਨ ਮੈਲੇ ਸਭ ਕੁਛ ਮੈਲਾ। ਜਦੋਂ ਮਨ ਮੈਲਾ ਹੋ ਜਾਂਦਾ ਹੈ, ਫਿਰ ਮਨੁੱਖ ਦਾ ਸਭ ਕੁਝ ਮੈਲਾ ਹੈ। ਮਨੁੱਖ, ਸੱਚੇ ਪਾਤਸ਼ਾਹ ਗੁਰਦੇਵ ਜੀ ਕਹਿੰਦੇ ਨੇ, ਮਨ ਨਿਰਮਲਾ ਭਏ ਪਵਿੱਤ ਸਰੀਰ। ਜਦੋਂ ਮਨ ਨਿਰਮਲ ਹੋ ਗਿਆ, ਉਦੋਂ ਮੇਰਾ ਗਿਆਨ ਇੰਦਰੇ, ਜਿਹੜੀ ਮੇਰੀ ਸੋਚਣ ਦੀ ਸ਼ਕਤੀ ਸੀ, ਸਮਝਣ ਦੀ ਸ਼ਕਤੀ ਸੀ, ਜੋ ਮੇਰੀ ਮੱਤ ਸੀ, ਮੇਰੀ ਬੁੱਧ ਸੀ, ਜਿਹਦੇ ਉੱਪਰ ਅੰਧੇਰ ਪਿਆ ਹੋਇਆ ਸੀ, ਸਭ ਕਹਿੰਦੇ ਉਹ ਨਿਰਮਲ ਹੋ ਗਿਆ। ਹੁਣ ਅਗਲੀਆਂ ਪੰਕਤੀਆਂ ਧਿਆਨ ਦਿਓ, ਫਿਰ ਕੈਸੀਆਂ ਕਮਾਲ ਦੀਆਂ ਰਹਿਮਤਾਂ ਗੁਰੂ ਜੀ ਕਰਦੇ ਨੇ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ ਮਨ। ਇੱਥੇ ਨੰਨੇ ਨੂੰ ਸਿਹਾਰੀ ਹੈ, ਭਾਵ ਮਨ ਦੇ ਵਿੱਚ ਆਨੰਦ। ਆਨੰਦ ਮਤਲਬ ਆ ਨਹੀਂ ਕਿ ਦੋ ਫੁਲਕੇ ਅੱਜ ਪ੍ਰਸ਼ਾਦਾ ਵਧੀਆ ਬਣ ਗਿਆ, ਸਬਜ਼ੀ ਵਧੀਆ ਬਣ ਗਈ, ਜਾਂ ਕਿਸੇ ਦੇ ਕੱਪੜੇ ਸੋਹਣੇ ਵੇਖ ਲੈ, ਜਾਂ ਮੈਂ ਕੁਝ ਵਧੀਆ ਕਰ ਲਿਆ ਤੇ ਆਪਾਂ ਆਖਿਆ ਜੀ ਅੱਜ ਤੇ ਆਨੰਦ ਆ ਗਿਆ। ਨਹੀਂ, ਇਹ ਆਨੰਦ ਨਹੀਂ ਹੈ। ਆਨੰਦ ਹੈਗਾ ਆਤਮਿਕ ਸੁੱਖ, ਜਿਹਦੇ ਵਿੱਚ ਸੁੱਖ ਤੇ ਦੁੱਖਾਂ ਦੀ ਫਿਲਾਸਫੀ ਇੱਕ ਬਰਾਬਰ ਹੋ ਜਾਵੇ। ਸਭ ਕਹਿੰਦੇ ਹੁਣ ਮੇਰੇ ਮਨ ਦੇ ਵਿੱਚ ਸਦਾ ਚਾਅ ਤੇ ਖੇੜਾ ਬਣਿਆ ਰਹਿੰਦਾ ਹੈ, ਸਦਾ ਸੁੱਖ ਪਾਇਆ, ਆਤਮਿਕ ਸੁੱਖ। ਹੁਣ ਮੇਰੀ ਆਤਮਾ ਦਬਦੀ ਨਹੀਂ। ਤੁਸੀਂ ਕਦੀ ਦੇਖੋ, ਜਿਸ ਮਨੁੱਖ ਨੂੰ ਸੱਚ ਬੋਲਣ ਦੀ ਆਦਤ ਆ ਨਾ, ਸੱਚ ਦੇ ਰਾਹ ਤੇ ਚੱਲਣ ਦੀ ਆਦਤ ਆ, ਕਿਤੇ ਤੁਸੀਂ ਉਹਨੂੰ ਝੂਠ ਦੇ ਦਾਇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ, ਉਹਦੀ ਆਤਮਾ ਇਵੇਂ ਮਹਿਸੂਸ ਕਰੇਗੀ ਜਿਵੇਂ ਕਿਸੇ ਤਰੀਕੇ ਨਾਲ ਉਹਦਾ ਗਲਾ ਘੁੱਟਿਆ ਜਾ ਰਿਹਾ ਹੋਵੇ। ਉਹਦੇ ਉਸ ਮਾਹੌਲ ਵਿੱਚ ਰਹਿ ਹੀ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਇਹੀ ਗੱਲ ਸਮਝਾ ਰਹੇ, ਕਹਿੰਦੇ ਜਦੋਂ ਮਨੁੱਖ ਦੇ ਮਨ ਦੇ ਵਿੱਚ ਗੁਰੂ ਦੀ ਮੱਤ, ਗੁਰੂ ਦਾ ਗਿਆਨ ਆਉਣ ਲੱਗ ਪੈਂਦਾ, ਫਿਰ ਇਹ ਝੂਠ ਦੇ ਰਸਤੇ ਤੇ ਨਹੀਂ ਤੁਰਦਾ, ਫਿਰ ਝੂਠ ਦੀ ਦੁਨੀਆ ਦੇ ਵਿੱਚ ਇਹਦਾ ਸਾਹ ਘੁੱਟਦਾ। ਫਿਰ ਕੀ ਕਰਦਾ ਹੈ? ਫਿਰ ਇਹ ਦੁਨੀਆ ਦੇ ਵਿੱਚ ਰਹਿ ਕੇ ਸੱਚ ਦੇ ਰਸਤੇ ਤੇ ਤੁਰਦਾ, ਤੇ ਸੱਚ ਬੋਲ ਕੇ ਇਹਨੂੰ ਆਤਮਿਕ ਸੁੱਖ ਮਿਲਦਾ ਹੈ, ਭੇਟਿਆ ਗੈਰ ਗੰਭੀਰ। ਤੇ ਫਿਰ ਇਸ ਦੇ ਅੰਦਰ ਡੂੰਘੇ ਪ੍ਰਮਾਤਮਾ ਵਾਹਿਗੁਰੂ ਦੀਆਂ ਵਿਚਾਰਾਂ ਜਾਗ ਪੈਂਦੀਆਂ ਨੇ। ਇਹ ਆਪਣੇ ਅੰਦਰ ਚੁੱਭੀਆਂ ਲਾਉਂਦਾ ਹੈ, ਆਪਣੇ ਅੰਦਰ ਗੁਰਮਤਿ ਦੀਆਂ ਗਹਿਰਾਈਆਂ ਨੂੰ ਸਮਝਦਾ ਹੈ, ਤੇ ਇਹ ਵੱਡੇ ਜਿਗਰੇ ਵਾਲਾ, ਬਹੁਤ ਵੱਡੇ ਦਿਲ ਵਾਲਾ ਬਣ ਜਾਂਦਾ ਹੈ। ਫਿਰ ਇਹਦੀ ਅਵਸਥਾ ਕੀ ਬਣਦੀ ਹੈ? ਸੱਚੀ ਸੰਗਤ ਬੈਸਣਾ। ਫਿਰ ਇਹ ਝੂਠ ਦੀ ਸੰਗਤ ਨਹੀਂ ਕਰਦਾ, ਝੂਠਿਆਂ ਮਨੁੱਖਾਂ ਦੇ ਵਿਚਾਰ ਨਹੀਂ ਕਰਦਾ, ਫਿਰ ਸੱਚ ਦੇ ਰਾਹ ਤੇ ਚੱਲਦਾ ਹੈ। ਸੱਚ ਦਾ ਜਿੱਥੋਂ ਗਿਆਨ ਮਿਲਦਾ ਹੈ, ਉਹ ਸੱਚ ਦੀ ਸੰਗਤ ਕਰਦਾ ਹੈ, ਉਹਦੇ ਨਾਲ ਬਹਿੰਦਾ ਹੈ। ਸੱਚ ਨਾਮ ਮਨ ਧੀਰ। ਤੇ ਸੱਚ ਉਹ ਹੈ ਜੋ ਤੁਹਾਡੇ ਮਨ ਨੂੰ ਟਿਕਾਵ ਬਖਸ਼ਣ ਲੱਗ ਪਵੇ, ਜਿਸ ਸੱਚ ਨਾਲ ਜੁੜ ਕੇ ਤੁਹਾਡਾ ਮਨ ਟਿਕਣ ਲੱਗ ਪਵੇ। ਜਿੱਥੇ ਭਟਕਣਾ ਵਾ ਨਾ, ਸਮਝਿਓ ਉੱਥੇ ਝੂਠ ਹੈ। ਭਟਕਣਾ ਦਾ ਨਾਮ ਹੀ ਝੂਠ ਹੈ। ਜਿਸ ਗਿਆਨ ਨੂੰ ਸੁਣ ਕੇ, ਜਿਸ ਸਮਝ ਨੂੰ ਸੁਣ ਕੇ, ਜਿਸ ਬੁੱਧ ਨੂੰ ਸੁਣ ਕੇ, ਜਿਸ ਵਿਚਾਰ ਨੂੰ ਸੁਣ ਕੇ ਮਨ ਟਿਕਾਵ ਦੇ ਵਿੱਚ ਆਉਣ ਲੱਗ ਪਵੇ, ਮਨ ਦੀ ਚੰਚਲਤਾ ਮਿਟਣ ਲੱਗ ਪਵੇ, ਮਨ ਅਚੰਚਲ ਹੋਣ ਲੱਗ ਪਵੇ, ਚਤੁਰਾਈਆਂ ਤੋਂ ਟੁੱਟਣ ਲੱਗ ਪਵੇ, ਤੇ ਟਿਕਾਵ ਆਉਣ ਲੱਗ ਪਵੇ, ਤੇ ਸਮਝ ਲੈਣਾ ਖੇਡ ਬਣ ਗਈ। ਹੁਣ ਮਨੁੱਖ ਦਾ ਮਨ ਗੰਭੀਰਤਾ ਦੇ ਰਸਤੇ ਤੇ ਤੁਰ ਪਿਆ। ਤੇ ਸਭ ਕਹਿੰਦੇ ਮਨ ਰੇ ਸਤਿਗੁਰੂ ਸੇਵ ਨਿਸੰਗ। ਫਿਰ ਹੇ ਮੇਰੇ ਮਨ ਝਾਕਾ ਹੀ ਲਾ ਦੇ, ਝਾਕਾ ਲਾ ਦੇ ਆ ਸਾਰਾ ਲੋਕਾਚਾਰਾਂ ਦਾ। ਲੋਕ ਕੀ ਕਹਿਣਗੇ? ਸਤਿਗੁਰੂ ਦੇ ਰਾਹ ਤੇ ਚੱਲ, ਗੁਰੂ ਦਾ ਗਿਆਨ ਧਾਰਨ ਕਰ। ਸਤਿਗੁਰੂ ਸੇਵੀਐ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ। ਫਿਰ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇਂਗਾ,
ਤੇ ਤੇਰੇ ਮਨ ਦੇ ਵਿੱਚ ਪਰਿਪੂਰਨ ਪਰਮਾਤਮਾ ਵਸਦਾ ਹੋਇਆ ਹਾਜ਼ਰ ਨਾਜ਼ਰ ਨਜ਼ਰ ਆਉਣ ਲੱਗ ਪਵੇਗਾ। ਫਿਰ ਇਹ ਮਨ ਰੱਤਾ ਮਾਤਰ ਵੀ ਵਿਕਾਰਾਂ ਦੇ ਮੈਲ ਵਿੱਚ ਨਹੀਂ ਚਿੰਬੜੇਗਾ। ਫਿਰ ਅਗਲੀਆਂ ਪੰਕਤੀਆਂ ਬੜੀਆਂ ਬਾਕਮਾਲ ਨੇ। ਸੱਚੈ ਸ਼ਬਦ ਪਤ ਉਪਜੈ, ਸੱਚੇ ਸੱਚਾ ਨਾਉ। ਅਸੀਂ ਜਿਹੜੀ ਇੱਜ਼ਤ ਕਮਾ ਰਹੇ ਹਾਂ ਝੂਠੀ ਹੈ। ਅਸੀਂ ਲੋਕਾਂ ਨੂੰ ਖੁਸ਼ ਕਰਕੇ ਇਹ ਸੋਚਦੇ ਹਾਂ ਕਿ ਸ਼ਾਇਦ ਲੋਕੀ ਸਾਡੀ ਇੱਜ਼ਤ ਕਰਦੇ ਆ। ਅਸੀਂ ਆਪਣੇ ਬੱਚਿਆਂ ਨੂੰ ਦਬਕੇ ਮਾਰ ਕੇ ਘਰ ਦੇ ਵਿੱਚ ਇਹ ਸੋਚਦੇ ਹਾਂ ਕਿ ਸ਼ਾਇਦ ਸਾਡੇ ਬੱਚੇ ਸਾਡੀ ਬੜੀ ਰਿਸਪੈਕਟ ਕਰਦੇ ਆ, ਸਾਡੇ ਅੱਗੇ ਚੁੱਪ ਹੋ ਜਾਂਦੇ ਨੇ। ਨਹੀਂ, ਜੇ ਤੁਹਾਡਾ ਬੱਚਾ ਤੁਹਾਡੇ ਕੋਲ ਬਹਿਣ ਲਈ ਤਿਆਰ ਨਹੀਂ ਤੇ ਇਹਨਾਂ ਸਮਝੋ ਕਿ ਤੁਹਾਡੀ ਇੱਜ਼ਤ ਹੈ, ਤੁਹਾਡੀ ਇਹਦੇ ਵਿੱਚ ਬੇਪਤੀ ਹੈ ਕਿ ਤੁਹਾਡਾ ਬੱਚਾ ਤੁਹਾਡੇ ਨੇੜੇ ਬਹਿਣ ਨੂੰ ਤਿਆਰ ਨਹੀਂ, ਆਪਣੀ ਮਾਂ ਕੋਲ ਬਹਿਣ ਨੂੰ ਤਿਆਰ ਨਹੀਂ, ਆਪਣੇ ਪਿਤਾ ਕੋਲ ਬਹਿਣ ਲਈ ਤਿਆਰ ਨਹੀਂ। ਇਹਦਾ ਮਤਲਬ ਵੀ ਅਸੀਂ ਇੱਕ ਝੂਠ ਦਾ ਮਖੌਟਾ ਪਾ ਕੇ ਬੈਠੇ ਹਾਂ। ਸਤਿਗੁਰੂ ਕਹਿੰਦੇ ਜਦੋਂ ਜੀਵਨ ਵਿੱਚ ਪ੍ਰਮਾਤਮਾ ਆਉਣ ਲੱਗ ਪੈਂਦਾ ਹੈ ਫਿਰ ਸੱਚਾ ਸ਼ਬਦ ਪਤ ਉਪਜੈ। ਫਿਰ ਸੱਚ ਜਦੋਂ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਮਨੁੱਖ, ਫਿਰ ਇੱਜ਼ਤ ਫਿਰ ਇਹਨੂੰ ਮੰਗਣੀ ਨਹੀਂ ਪੈਂਦੀ। ਫਿਰ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਸ਼ਬਦ ਜਦੋਂ ਵਿਚਾਰ ਇਹਦੇ ਜੀਵਨ ਵਿੱਚ ਵਸਣ ਲੱਗ ਪੈਂਦੀ ਹੈ, ਫਿਰ ਇਹਨੂੰ ਉੱਚੀ ਪੱਤ ਤੇ ਇੱਜ਼ਤ ਆਪੇ ਮਿਲਣ ਲੱਗ ਪੈਂਦੀ ਹੈ। ਕਿਉਂਕਿ ਉਪਜੈ ਸੱਚੇ ਸੱਚਾ ਨਾਉ, ਪਤ ਉਪਜੈ ਸੱਚੇ ਸੱਚਾ ਨਾਉ। ਕਿਉਂਕਿ ਇਹਦੇ ਅੰਦਰ ਹੁਣ ਪ੍ਰਮਾਤਮਾ ਵਰਗੇ ਵਿਚਾਰ ਪੈਦਾ ਹੋਣ ਲੱਗ ਪਏ ਨੇ। ਹੁਣ ਇਹਦੇ ਅੰਦਰ ਧੁਰ ਕੀ ਬਾਣੀ ਸਮਾਉਣ ਲੱਗ ਪਈ ਹੈ, ਕਿਉਂਕਿ ਧੁਰ ਦੇ ਨਾਲ ਜੁੜਨ ਲੱਗ ਪਿਆ। ਹੁਣ ਇਹਦੇ ਅੰਦਰ ਬਦਲਾਵ ਆਉਣ ਲੱਗ ਪਿਆ, ਕਿਉਂਕਿ ਸੱਚਾ ਪ੍ਰਮਾਤਮਾ ਹਿਰਦੇ ਵਿੱਚ ਵਸਦਾ ਨਜ਼ਰ ਆਉਣ ਲੱਗ ਪਿਆ। ਪਰ ਸਾਹਿਬ ਕਹਿੰਦੇ ਇਹ ਅਵਸਥਾ ਬਣਦੀ ਕਿਹਨਾਂ ਦੀ ਹੈ? ਇਹ ਸਵੈ ਪੜਚੋਲਿਆ ਜੀ ਆਪਣੀ। ਸਾਰੇ ਸ਼ਬਦ ਵਿੱਚ ਗੁਰੂ ਜੀ ਇਹ ਕਹਿ ਰਹੇ ਨੇ, ਜਿਨੀ ਹਉਮੈ ਮਾਰ ਪਛਾਣਿਆ, ਹਉ ਤਿਨ ਬਲਿਹਾਰੇ ਜਾਉ। ਸਭ ਤੋਂ ਵੱਡੀ ਗੱਲ ਆਪਣੇ ਵਿੱਚੋਂ ਮੈਂ ਪਛਾਣਨ ਦੀ ਹੈ। ਆ ਜਿਹੜੇ ਅਸੀਂ ਆਈ ਮੈਂ ਹਉਮੈ ਦੇ ਵਿੱਚ ਭਿੱਜੇ ਰਹਿੰਦੇ ਹਾਂ, ਜਿਹਨੇ ਇਹਨੂੰ ਮਾਰ ਲਿਆ, ਬਹੁਤ ਔਖੀ ਜੇ ਮਾਰਨੀ, ਬਹੁਤ ਔਖੀ ਜੇ, ਮਰਦੀ ਨਹੀਂ। ਜਿਵੇਂ ਜਿਵੇਂ ਬੰਦਾ ਗਿਆਨ ਪ੍ਰਾਪਤ ਕਰਦਾ ਹੈ, ਜਦ ਤੁਸੀਂ ਜਪਜੀ ਸਾਹਿਬ ਦੀ ਇੱਕ ਪੌੜੀ ਪੜ੍ਹਦੇ ਆ ਨਾ, ਮੈਂ ਕਈ ਵਾਰੀ ਵਿਚਾਰਦਾ, ਮਾਫ ਕਰ ਦਿਓ, ਖਿਮਾ ਕਰ ਦਿਓ ਮੈਨੂੰ, ਅਸੀਂ ਵਿਚਾਰਦੇ ਹਾਂ ਅਸੰਖ ਨਾਮ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮੰਨ ਰਹੇ। ਕਿਤੇ ਇਸ ਪੰਕਤੀ ਨੂੰ ਧਿਆਨ ਨਾਲ ਕਿਤੇ ਸਮਝੋ, ਵੇਖੋ ਕੈਸੇ ਅਰਥ ਨਿਕਲਦੇ। ਜੇ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਸਮਝੋਗੇ ਨਾ, ਇਹ ਇੰਜ ਅਰਥ ਨਿਕਲਦੇ ਨੇ। ਸਤਿਗੁਰੂ ਕਹਿੰਦੇ ਜਿਸ ਮਨੁੱਖ ਨੇ ਇਹ ਧਾਰਨ ਕਰ ਲਿਆ ਕਿ ਮੈਂ ਤੇ ਜਪਦਾ ਬਹੁਤ ਆ, ਮੈਂ ਤੇ ਬੜਾ ਤਪੀ ਆ, ਮੈਂ ਤੇ ਬੜੇ ਗ੍ਰੰਥ ਪੜ੍ਹ ਲਏ ਆ, ਮੈਂ ਤੇ ਆਪਣੇ ਮੁਖ ਤੋਂ ਬੜਾ ਵਿਦਵਾਨ ਆ, ਬੜਾ ਗਿਆਨ ਦੀਆਂ ਗੱਲਾਂ ਕਰਦਾ। ਸਤਿਗੁਰੂ ਕਹਿੰਦੇ ਕੁਦਰਤ ਕਵਣ ਘਾ ਵਿਚਾਰ, ਇਹਨਾਂ ਦੇ ਨਾਲ ਬਹਿ ਕੇ ਤੁਸੀਂ ਕੁਦਰਤ ਦੀਆਂ ਗੱਲਾਂ ਕਰ ਲਓਗੇ। ਅੱਜ ਅਸੀਂ ਸਾਰੇ ਹਉਮੈ ਦੇ ਮਾਰੇ ਹੋਏ ਆ ਜੀ। ਅੱਜ ਧਰਮ ਦੀ ਦੁਨੀਆ ਦੇ ਵਿੱਚ ਜਿੰਨੀ ਹਉਮੈ ਆ ਨਾ, ਇਨੀ ਆਮ ਦੁਨੀਆ 'ਚ ਨਹੀਂ। ਚਾਰ ਮਨੁੱਖ ਬਾਣੀਆਂ ਪੜ੍ਹਨੀਆਂ ਸ਼ੁਰੂ ਕਰ ਦੇਵੇ ਤੇ ਮਨੁੱਖ ਟੀਸੀਆਂ ਤੇ ਚੜ੍ਹ ਜਾਂਦਾ ਹੈ ਵੀ ਮੈਂ ਹੁਣ ਬੜਾ ਗਿਆਨਵਾਨ ਹੋ ਗਿਆ, ਹੁਣ ਮੈਂ ਲੋਕਾਂ ਦਾ ਸਿਰ ਅਡਾਵਾਂ, ਹੁਣ ਲੋਕੀ ਮੈਨੂੰ ਕਹਿਣੇ ਵਿਦਵਾਨ ਬੜਾ ਹੈ। ਸਾਹਿਬ ਕਹਿੰਦੇ ਇਹਨਾਂ ਦੇ ਨਾਲ ਕਿੱਥੇ ਮੱਥਾ ਮਾਰ ਲੂੰਗੇ। ਜਿਹੜਾ ਮਨੁੱਖ ਆਪਣੇ ਅੰਦਰ ਇੱਕ ਵਿਚਾਰ ਬਣਾ ਕੇ ਬਹਿ ਗਿਆ ਵਾ, ਜੋ ਬਦਲਣ ਨੂੰ ਤਿਆਰ ਨਹੀਂ, ਘਰਾਂ ਦੇ ਮਾਹੌਲ ਵਿਗੜੇ ਪਏ ਨੇ, ਬਾਪੂ ਬਦਲਣ ਨੂੰ ਤਿਆਰ ਨਹੀਂ, ਮਾਂ ਬਦਲਣ ਨੂੰ ਤਿਆਰ ਨਹੀਂ, ਬੱਚੇ ਬਦਲਣ ਨੂੰ ਤਿਆਰ ਨਹੀਂ, ਘਰ ਦੇ ਵਿੱਚ ਹਉਮੈ ਦਾ ਐਸਾ ਕੰਡਾ ਚੁਭਿਆ ਹੋਇਆ ਹੈ। ਨਵੇਂ ਨਰੋਇਆ ਪਰਿਵਾਰ, ਚੰਗਾ ਵਿਆਹ ਹੋਇਆ, ਬਸ ਘਰ ਵਾਲੀ ਕਹਿੰਦੀ ਮੇਰੀ ਨਹੀਂ ਚੱਲਦੀ, ਪਤੀ ਕਹਿੰਦਾ ਮੈਂ ਚਲਾਉਣੀ ਹੈ, ਰਸਤੇ ਵਿਗੜ ਗਏ ਨੇ। ਜਿਹਨੇ ਹਉਮੈ ਦੀ ਮਾਰ ਮਾਰ ਲਈ, ਜਿਹਨੇ ਹਉਮੈ ਮਿਟਾ ਲਈ, ਜਿਹਨੇ ਇਸ ਨੂੰ ਪਹਿਚਾਣ ਲਿਆ, ਸਾਹਿਬ ਕਹਿੰਦੇ ਹਉ ਤਿਨ ਬਲਿਹਾਰੇ ਜਾਉ, ਮੈਂ ਉਹਨਾਂ ਤੋਂ ਫਿਰ ਸਦਕੇ ਜਾਨਾ। ਮਨ ਮੁਖ ਸੱਚ ਨ ਜਾਣਣੀ, ਤਿੰਨਾ ਠੌਰ ਨਕਤ ਹੂੰ ਥਾਉ। ਧਿਆਨ ਦਿਓ ਇਹਨਾਂ ਪੰਕਤੀਆਂ ਤੇ। ਫਿਰ ਸਾਹਿਬ ਕਹਿੰਦੇ ਮਨ ਮੁਖ, ਜਿਨ੍ਹਾਂ ਨੇ ਆਪਣੇ ਵੱਲ ਮਨ ਵੱਲ ਹੀ ਮੂੰਹ ਕਰ ਰੱਖਿਆ, ਜੋ ਆਪਣੇ ਮਨ ਆਈਆਂ ਹੀ ਕਰੀ ਜਾਂਦੇ ਨੇ। ਸਾਹਿਬ ਕਹਿੰਦੇ ਉਹਨਾਂ ਨੂੰ ਪੁੱਛੋ ਖਾਂ ਸੱਚ ਨੂੰ ਉਹ ਜਾਣਦੇ ਆ। ਮਨ ਮੁਖ ਸੱਚ ਨਾ ਜਾਣਣੀ, ਸਾਹਿਬ ਕਹਿੰਦੇ ਉਹਨਾਂ ਨੂੰ ਸੱਚ ਦੀ ਰੱਤੇ ਮਾਤਰ ਵੀ ਪਰ ਪਹਿਚਾਣ ਨਹੀਂ। ਤਿੰਨਾ ਠੌਰ ਨਾ ਕਤ ਹੂੰ ਤਾਉ, ਨਾ ਉਹ ਆਪ ਕਿਤੇ ਟਿਕਦੇ ਨੇ, ਨਾ ਦੂਜਿਆਂ ਨੂੰ ਟਿਕਣ ਦਿੰਦੇ ਨੇ। ਘਰ ਦੇ ਵਿੱਚ ਇੱਕ ਬੰਦਾ ਭੜਥੂ ਪਾਉਣ ਵਾਲਾ ਹੋਵੇ, ਸਾਰਾ ਘਰ ਸਿਰ ਤੇ ਚੁੱਕੀ ਫਿਰੂਗਾ। ਘਰ ਦਾ ਬਾਪ, ਘਰ ਦਾ ਜ਼ਿੰਮੇਵਾਰ ਬੰਦਾ ਜੇ ਚੰਚਲ ਹੋਵੇ, ਸਾਰਾ ਘਰ ਚੰਚਲ ਬਣਾ ਦੇਵੇਗਾ। ਤੇ ਸਤਿਗੁਰੂ ਕਹਿੰਦੇ ਮਨ ਦੀ ਮਤ ਆਪਣੇ ਮਨ ਮੂੰਹ ਆਈਆਂ ਕਰਨ ਵਾਲਾ ਮਨੁੱਖ
ਸੱਚ ਦੀ ਪਹਿਚਾਣ ਨਹੀਂ ਕਰ ਸਕਦਾ। ਤਿਨ ਠੌਰ ਨਾ ਕਥੂ ਥਾਉ, ਨਾ ਉਹਦੇ ਵਸ ਆਤਮਿਕ ਸ਼ਾਂਤੀ ਰਹਿੰਦੀ ਨਹੀਂ, ਨਾ ਉਹ ਕਿਸੇ ਹੋਰ ਨੂੰ ਟਿਕਣ ਦਿੰਦਾ ਹੈ, ਨਾ ਕਿਤੇ ਆਪ ਟਿਕਦਾ। ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਪਰ ਗੁਰਮੁਖਾਂ ਦਾ ਭੋਜਨ, ਵਾਹ ਵਾਹ ਵਾਹ, ਧੰਨ ਗੁਰੂ ਅਮਰਦਾਸ ਸਾਹਿਬ ਜੀ। ਸਾਹਿਬ ਕਹਿੰਦੇ ਗੁਰਸਿੱਖ ਨੇ ਆਪਣਾ ਭੋਜਨ ਸੱਚ ਬਣਾ ਲਿਆ, ਸੱਚ ਖਾਣਾ। ਉਹਨਾਂ ਦੀ ਆਤਮਾ ਦੀ ਭੁੱਖ ਸੱਚ ਬਣ ਗਈ ਹੈ। ਸੱਚ ਪਹਿਨਣਾ, ਉਹ ਕੱਪੜਾ ਵੀ ਜਿਹੜਾ ਤਨ ਤੇ ਪਾ ਰਿਹਾ ਨਾ, ਸੱਚ ਦਾ ਪਾ ਰਿਹਾ, ਝੂਠੇ ਕੱਪੜੇ ਨਹੀਂ। ਆ ਲਾਲ ਪੀਲੇ ਚਿੱਟੇ ਕਾਲੇ ਪੀਲੇ ਬਾਹਰ ਦੇ ਕੱਪੜੇ, ਰੰਗ ਬਾਹਰ ਦੇ ਨੇ, ਪਰ ਇੱਕ ਹੈ ਇੱਜ਼ਤ ਦਾ ਕੱਪੜਾ। ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ ਵਾਲਾ, ਪ੍ਰੇਮ ਪਟੋਲੇ ਵਾਲਾ। ਸੱਚੇ ਕਰਮੀ ਆਵੇ ਕੱਪੜਾ, ਕਰਮ ਦਾ ਕੱਪੜਾ ਆਪਣੇ ਉੱਤੇ ਪਾਉਣਾ, ਕਰਤੂਤ ਦਾ ਕੱਪੜਾ। ਆਪਣੀਆਂ ਕਰਤੂਤਾਂ ਕਰਕੇ ਸੰਸਾਰ ਦੇ ਵਿੱਚ ਅਸੀਂ ਮਾਣ ਪ੍ਰਾਪਤ ਕਰਨਾ ਹੈ। ਜੇ ਸਾਡੀਆਂ ਕਰਤੂਤਾਂ ਮਾੜੀਆਂ ਨੇ, ਲੋਕੀ ਬੇਪਤੀ ਕਰਨਗੇ। ਜੇ ਕਰਤੂਤਾਂ ਸੱਚ ਦੀਆਂ ਨੇ ਤੇ ਸੰਸਾਰ ਦੇ ਵਿੱਚ ਇੱਜ਼ਤ ਮਿਲੇਗੀ। ਸਭ ਕਹਿੰਦੇ ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਫਿਰ ਮਨੁੱਖ ਦਾ ਖਾਣਾ ਪਹਿਨਣਾ ਸਭ ਸੱਚ ਬਣ ਜਾਂਦਾ ਹੈ। ਫਿਰ ਆਦਰ ਸਤਿਕਾਰ ਹਾਸਲ ਕਰਨ ਦਾ ਉਹਦਾ ਜੀਵਨ ਦਾ ਇੱਕ ਵਸੀਲਾ ਸੱਚ ਬਣ ਜਾਂਦਾ ਹੈ। ਫਿਰ ਉਹਨਾਂ ਦੀ ਸੁਰਤ ਸਦਾ ਪ੍ਰਮਾਤਮਾ ਵਿੱਚ ਜੁੜੀ ਰਹਿੰਦੀ ਹੈ। ਸਦਾ ਸੱਚ ਸਲਾਹਣਾ, ਸੱਚਾ ਸ਼ਬਦ ਨਿਵਾਸ। ਵਾਹ ਵਾਹ ਜੀ। ਫਿਰ ਐਸੇ ਮਨੁੱਖਾਂ ਦੇ ਮੁੱਖ ਤੋਂ ਝੂਠੀ ਕਿਸੇ ਦੀ ਉਸਤਤ ਨਿਕਲਦੀ ਨਹੀਂ। ਉਹ ਨਾ ਚਾਪਲੂਸੀਆਂ ਕਰਦੇ ਨੇ, ਸਦਾ ਸਲਾਉਂਦੇ ਨੇ ਕੇਵਲ ਪ੍ਰਮਾਤਮਾ ਨੂੰ, ਸੱਚ ਨੂੰ। ਉਹਨਾਂ ਦੇ ਮੁਖ ਚੋਂ ਜੇ ਨਿਕਲਦਾ ਹੈ ਕੁਝ ਤੇ ਸੱਚ ਸ਼ਬਦ ਨਿਕਲਦਾ ਹੈ, ਕਿਉਂਕਿ ਉਹਨਾਂ ਦਾ ਮਨ ਟਿਕ ਜਾਂਦਾ ਹੈ। ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਕਰਵਾਸ। ਫਿਰ ਉਹਨਾਂ ਨੇ ਹਰ ਥਾਂ, ਜ਼ਰੇ ਜ਼ਰੇ ਵਿੱਚ, ਕਿਣਕੇ ਕਿਣਕੇ ਵਿੱਚ, ਹਰ ਥਾਂ ਉਹਨਾਂ ਨੂੰ ਵਿਆਪਕ ਪ੍ਰਮਾਤਮਾ ਨਜ਼ਰ ਆਉਣ ਲੱਗ ਪੈਂਦਾ। ਤੇ ਗੁਰੂ ਦੀ ਮੱਤ ਤੇ ਤੁਰ ਕੇ ਉਹਨਾਂ ਦੀ ਸੁਰਤ ਸੱਚ ਦੇ ਵਿੱਚ ਟਿਕ ਜਾਂਦੀ ਹੈ। ਬਸ ਹੋਰ ਫਿਰ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ। ਫਿਰ ਉਹ ਕੀ ਬੋਲਦੇ ਨੇ? ਸੱਚ ਵੇਖਣ, ਉਹ ਸੱਚ ਹੀ ਵੇਖਦੇ ਆ। ਉਹ ਬਾਪੂ ਗਾਂਧੀ ਵਾਲੀਆਂ ਅੱਖਾਂ ਨਹੀਂ ਲਾ ਕੇ ਰੱਖਦੇ ਵੀ ਜੇ ਸੱਚ ਆ ਤੇ ਅੱਖਾਂ ਬੰਦ ਕਰ ਲਈਆਂ। ਸੱਚ ਬੋਲਣਾ, ਉਹ ਭਾਵੇਂ ਵੱਢੇ ਜਾਣ, ਟੁੱਕੇ ਜਾਣ, ਬੰਦ ਕੱਟੇ ਜਾਣ, ਪਰ ਸੱਚ ਬੋਲਦੇ ਨੇ। ਕਿਉਂ? ਤਨ ਮਨ ਸੱਚਾ ਹੋਏ, ਕਿਉਂਕਿ ਉਹਨਾਂ ਦਾ ਤਨ ਅਤੇ ਮਨ ਮਾਇਆ ਦੇ ਹੱਲਿਆਂ ਤੋਂ ਅਡੋਲ ਹੋ ਗਿਆ। ਉਹਨਾਂ ਦਾ ਮਨ ਵਿਕਾਰਾਂ ਤੋਂ ਬਚ ਗਿਆ ਹੈ। ਉਹਨਾਂ ਨੇ ਆਪਣੇ ਮਨ ਨੂੰ ਟਿਕਾ ਲਿਆ ਹੈ। ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ। ਉਹ ਫਿਰ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਬੰਦਗੀ ਵਿੱਚ ਜੁੜਦੇ ਆ। ਜੇ ਚੇਤੇ ਕਰਦੇ ਆ ਕਿਸੇ ਨੂੰ, ਸੱਚੀ ਸਾਖੀ, ਸਾਖੀ ਮਤਲਬ ਜਾਮਨੀ। ਉਹਨਾਂ ਦੇ ਜੀਵਨ ਵਿੱਚ ਜੇ ਕੋਈ ਜਾਮਨੀ ਹੈ, ਜੇ ਕੋਈ ਸਾਖੀ ਹੈ, ਜੇ ਕਿਤੇ ਸੱਚ ਆ ਤੇ ਉਹ ਸੱਚੀ ਹੈ, ਕਿਉਂਕਿ ਉਹ ਸੱਚੇ ਉਪਦੇਸ਼ ਗੁਰੂ ਦੇ ਗ੍ਰਹਿਣ ਕਰਦੇ ਆ। ਸੱਚੇ ਸੱਚੀ ਸੋਏ, ਤੇ ਉਹ ਵਡਭਾਗੀ ਮਨੁੱਖ ਸੱਚ ਦੇ ਰਾਹ ਤੇ ਚੱਲ ਕੇ ਸਦਾ ਅਟਲ ਰਹਿਣ ਵਾਲੇ ਪ੍ਰਮਾਤਮਾ ਦੀ ਸੋਭਾ ਦਾ ਆਨੰਦ ਮਾਣਦੇ ਹਨ। ਜਿਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ। ਪਰ ਸਭ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਵਾਹਿਗੁਰੂ ਦੀ ਪਹਿਚਾਣ ਨਹੀਂ ਕੀਤੀ, ਜਿਨ੍ਹਾਂ ਨੇ ਝੂਠ ਨਾਲ ਆਪਣਾ ਰਿਸ਼ਤਾ ਜੋੜ ਕੇ ਸੱਚ ਨੂੰ ਵਿਸਾਰ ਦਿੱਤਾ ਹੈ, ਸਭ ਕਹਿੰਦੇ ਉਹ ਲੱਖ ਚਾਹੁਣ ਕਿਤੇ ਸੁਖੀ ਹੋ ਜਾਣ, ਉਹ ਸਦਾ ਦੁਖੀ ਰਹਿਣਗੇ, ਤੜਫਦੇ ਰਹਿਣਗੇ, ਬਿਲਕਦੇ ਰਹਿਣਗੇ। ਸਤਿਗੁਰੂ ਜਿਨੀ ਨਾ ਸੇਵਿਓ, ਸਿੱਕਿਤ ਆਏ ਸੰਸਾਰ। ਸਾਹਿਬ ਜੀ ਕਹਿੰਦੇ ਜਿਹੜੇ ਮਨੁੱਖ ਸੱਚ ਵੇਖ ਕੇ ਅੱਖਾਂ ਬੰਦ ਕਰ ਲੈਣ, ਮੂੰਹ ਬੰਦ ਕਰ ਲੈਣ, ਆਪਣੀ ਜ਼ਮੀਰ ਨੂੰ ਮਾਰ ਦੇਣ, ਸਤਿਗੁਰ ਸੱਚੇ ਗੁਰੂ ਦੇ ਗਿਆਨ ਨੂੰ ਪੱਲੇ ਨਾ ਪਾਉਣ, ਸਭ ਕਹਿੰਦੇ ਕੀ ਫਾਇਦਾ ਉਹਨਾਂ ਦਾ ਸੰਸਾਰ ਵਿੱਚ ਆਉਣ ਦਾ। ਜਮਦਰ ਬੱਦੇ ਮਾਰੀਐ, ਕੂਕ ਨਾ ਸੁਣੇ ਪੁਕਾਰ। ਕਹਿੰਦੇ ਉਹ ਆਪਣੇ ਅੰਦਰ ਇੰਨਾ ਕੁ ਝੂਠ ਬਣਾ ਬੈਠੇ ਨੇ, ਇੰਨੇ ਕੁ ਗੁਨਾਹ ਕਰ ਬੈਠੇ ਨੇ ਕਿ ਅੰਦਰ ਵਿਕਾਰਾਂ ਦੀਆਂ ਚੀਕਾਂ ਨਿਕਲਦੀਆਂ ਨੇ, ਸ਼ੁਭ ਗੁਣ ਅੰਦਰ ਲੁਕੇ ਹੋਏ ਨੇ। ਤੇ ਸਹਿਬ ਕਹਿੰਦੇ ਐਸੇ ਮਨੁੱਖ ਨਿਤ ਮੌਤ ਦਾ ਤਾਂਡਵ ਖੇਡਦੇ ਨੇ, ਨਿਤ ਉਹਨਾਂ ਦੀ ਆਤਮਾ ਮਰਦੀ ਹੈ। ਉਹਨਾਂ ਦੇ ਦਰਵਾਜ਼ੇ, ਉਹਨਾਂ ਨੇ ਆਪਣੇ ਦਰਵਾਜ਼ੇ ਸੱਚ ਦੇ ਬੰਦ ਕਰ ਲੈਣੇ ਹਨ, ਤੇ ਉਹਨਾਂ ਦੇ ਅੰਦਰ ਦੀਆਂ ਗੁਣਾ, ਸ਼ੁਭ ਗੁਣਾਂ ਦੀਆਂ ਪੁਕਾਰਾਂ ਉਹ ਮਨੁੱਖ ਨਹੀਂ ਸੁਣਦੇ। ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਕਹਿੰਦੇ ਐਸੇ ਮਨੁੱਖ ਆਪਣੇ ਜੀਵਨ ਨੂੰ ਵਿਅਰਥ ਗਵਾਉਂਦੇ ਨੇ ਤੇ ਨਿਤ ਵਿਕਾਰਾਂ ਦੇ ਵਿੱਚ ਜਨਮ ਲੈਂਦੇ ਨੇ ਤੇ ਮਰਦੇ ਨੇ। ਬਸ ਸਾਰਾ ਦਿਨ ਇਹ ਕਰੀ ਜਾਂਦੇ ਨੇ, ਕਦੀ ਕ੍ਰੋਧ ਵਿੱਚ ਜਨਮ ਲੈ ਲਿਆ, ਕਦੀ ਕਾਮ ਦੇ ਵਿੱਚ ਲੈ ਲਿਆ,
कदी मर गए, कदी जी गए, कदी विचार चंगे आ गए, कदी मंदे आ गए। सारी जिंदगी सारा दिन इस तरह ही बतीत करते आ। ਸਾਹਿਬ ਜੀ ਕਹਿੰਦੇ, ਮੈਂ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੇਰੀ ਤੇ ਅਵਸਥਾ ਇਹ ਬਣ ਗਈ ਹੈ, ਇਹ ਸਾਰੀਆਂ ਚੀਜ਼ਾਂ ਵੇਖ ਕੇ ਮੈਂ ਤੇ ਆਪਣੇ ਗੁਰੂ ਦਾ ਗਿਆਨ ਆਪਣੇ ਪੱਲੇ ਬੰਨ ਲੈਣਾ ਹਾਂ। ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਣਾ। ਸਾਹਿਬ ਕਹਿੰਦੇ, ਜਦੋਂ ਮੈਂ ਇਸ ਜਗਤ ਨੂੰ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਬਲਦਾ ਦੇਖਦਾ ਹਾਂ ਤੇ ਮੇਰਾ ਉਸ ਵਕਤ ਚਿੱਤ ਕਰਦਾ ਹੈ ਮੈਂ ਦੌੜ ਕੇ ਆਪਣੇ ਸੱਚੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ 'ਚ ਵਸਾ ਦੇਵਾਂ। ਮੈਂ ਸੱਚੇ ਗੁਰੂ ਦੀ ਸ਼ਰਨ ਵਿੱਚ ਆ ਜਾਵਾਂ, ਆਪਣੇ ਸਤਿਗੁਰੂ ਦੇ ਕੋਲ ਆ ਕੇ ਬਹਿ ਜਾਵਾਂ, ਗੁਰੂ ਦਾ ਉਪਦੇਸ਼ ਪੱਲੇ ਬੰਨਾਂ, ਗੁਰੂ ਦੀ ਮੱਤ ਲਵਾਂ। ਸਤਿਗੁਰ ਸੱਚ ਦਿੜਾਇਆ, ਸਦਾ ਸੱਚ ਸੰਜਮ ਰਹਿਣਾ। ਵਾਹ ਜੀ ਵਾਹ! ਜੁਗਤੀ ਦੇਖੋ ਕੈਸੀ ਪਿਆਰੀ ਗੁਰੂ ਅਮਰਦਾਸ ਸਾਹਿਬ ਜੀ ਸਮਝਾਉਂਦੇ। ਜਦੋਂ ਇਹ ਸੜਦਾ ਬਲਦਾ ਸੰਸਾਰ ਮੈਂ ਵੇਖਦਾ, ਫਿਰ ਸੱਚਾ ਗੁਰੂ ਮੈਨੂੰ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੀ ਉਪਦੇਸ਼ ਮਿਲਦਾ ਹੈ। ਗੁਰੂ ਜੀ ਮੈਨੂੰ ਸੱਚ ਦਰੜਾਉਂਦੇ ਨੇ, ਭਾਈ ਸੱਚ ਪਹਿਚਾਣ, ਆ ਝੂਠ ਦੇ ਪਿੱਛੇ ਸੱਚ ਲੁਕਿਆ, ਝੂਠ ਉੱਪਰ ਰੰਗ ਰਲੀਆਂ ਪਾ ਕੇ ਬੈਠਾ, ਇਹਦੇ ਵਿੱਚ ਕੁਝ ਸੱਚ ਹੈ। ਸੱਚ ਦੀ ਪਕੜ ਕਰ, ਸੱਚ ਨੂੰ ਦ੍ਰਿੜ ਕਰ, ਸਦਾ ਸੱਚ ਸੰਜਮ ਰਹਿਣਾ ਤੇ ਆਪਣੇ ਅੰਦਰ ਸੰਜਮਤਾ ਰੱਖ। ਟਿਕ ਜਾ ਕੁਝ ਪਲ ਵਾਸਤੇ, ਆਪਣੇ ਜੀਵਨ ਨੂੰ ਇੱਕ ਮਰਿਆਦਾ ਵਿੱਚ ਬੰਨ੍ਹ ਕੇ ਰੱਖ, ਆਪਣੇ ਜੀਵਨ ਨੂੰ ਇੱਕ ਬੰਧਨ ਵਿੱਚ ਬੰਨ੍ਹ ਕੇ ਰੱਖ। ਸਤਿਗੁਰੂ ਸੱਚਾ ਹੈ ਬੋਹਿਤਾ, ਸ਼ਬਦੇ ਭਵ ਜਲ ਤਰਨਾ। ਬੋਹਿਤਾ ਦਾ ਮਤਲਬ ਹੁੰਦਾ ਜਹਾਜ਼। ਸਭ ਕਹਿੰਦੇ ਸੜਦੇ ਬਲਦੇ ਸੰਸਾਰ ਤੋਂ ਜੇ ਤੂੰ ਮੁਕਤ ਹੋਣਾ ਚਾਹੁੰਦਾ ਨਾ ਤਾਂ ਇੱਕੋ ਇੱਕ ਜਹਾਜ਼ ਆ, ਉਹ ਹੈ ਸਤਿਗੁਰ ਦਾ ਸੱਚਾ ਗਿਆਨ। ਇਹਨੂੰ ਆਪਣੇ ਪੱਲੇ ਬੰਨ੍ਹ ਲਾ ਤੇ ਤੂੰ ਇਸ ਜਗਤ ਵਿੱਚੋਂ ਪਾਰ ਹੋਣ ਦੀ ਵਿਧੀ ਸਿੱਖ ਲਵੇਂਗਾ। 184 ਫਿਰਦੇ ਰਹੇ, ਬਿਨ ਸਤਿਗੁਰੂ ਮੁਕਤ ਨਾ ਹੋਈ। ਸਭ ਕਹਿੰਦੇ 84 ਲੱਖ ਜੋਨਾਂ ਦੇ ਵਿੱਚ ਮਰਦੇ ਰਹੇ, ਜੰਮਦੇ ਰਹੇ। ਸਵੇਰ ਇਸੇ ਜਨਮ ਦੀ ਗੱਲ ਕਰ ਰਹੇ ਗੁਰੂ ਜੀ। ਕਦੀ ਕੁੱਤੇ ਬਣ ਗਏ, ਕਦੀ ਬਿੱਲੇ ਬਣ ਗਏ, ਕਦੀ ਕੋਈ ਵਿਚਾਰ ਆ ਗਈ, ਪਰ ਸਭ ਕਹਿੰਦੇ ਬਿਨ ਸਤਿਗੁਰੂ ਮੁਕਤ ਨਾ ਹੋਈ। ਚੇਤਾ ਰੱਖੀ, ਜਦ ਤੱਕ ਗੁਰੂ ਦਾ ਗਿਆਨ, ਸੱਚ ਦਾ ਗਿਆਨ ਪੱਲੇ ਨਹੀਂ ਨਾ ਪੈਂਦਾ, ਮਨ ਸੱਚ ਨੂੰ ਨਹੀਂ ਸਮਝਦਾ, ਸੱਚ ਨੂੰ ਨਹੀਂ ਜੁੜਦਾ, ਤਦ ਤੱਕ ਖਲਾਸੀ ਨਹੀਂ ਹੋ ਸਕਦੀ। ਪੜ ਪੜ ਪੰਡਤ ਮੁਨੀ ਥਕੈ, ਦੂਜੈ ਭਾਏ ਪਤ ਖੋਈ। ਸਭ ਕਹਿੰਦੇ ਆ ਮੁਨੀਆਂ ਨੂੰ ਪੁੱਛ ਲਾ, ਆ ਬੜੇ ਵੱਡੇ ਵੱਡੇ ਪੰਡਤਾਂ ਨੂੰ ਪੁੱਛ ਕੇ ਵੇਖ ਲੈ, ਜਿਹੜੇ ਗਿਆਨ ਦੀਆਂ ਪੋਥੀਆਂ ਚੁੱਕੀ ਫਿਰਦੇ ਆ, ਉਹ ਇਹਨਾਂ ਨੇ ਵੀ ਸੱਚ ਨਹੀਂ ਪਾਇਆ, ਇਹ ਵੀ ਝੂਠ ਦੇ ਪਲੰਦੇ ਲੈ ਕੇ ਬੈਠੇ ਨੇ। ਮੋਨ ਧਾਰੀਆਂ ਨੂੰ ਸਮਾਧੀਆਂ ਲਾ ਕੇ ਬੈਠਣ ਵਾਲੇ ਨੂੰ ਪੁੱਛ ਲਾ, ਇਹਨਾਂ ਦੇ ਜੀਵਨ ਵਿੱਚ ਇੱਜ਼ਤ ਕੋਈ ਨਹੀਂ। ਇਹ ਤੇ ਆਪ ਬੇਪਤ ਹੋਏ ਫਿਰਦੇ ਆ ਤੇ ਦੂਜਿਆਂ ਨੂੰ ਕੀ ਪਤ ਦੇਣਗੇ। ਸਤਿਗੁਰੂ ਸ਼ਬਦ ਸੁਣਾਇਆ, ਬਿਨ ਸੱਚੇ ਅਵਰ ਨਾ ਕੋਈ। ਸਤਿਗੁਰੂ ਜੀ ਨੇ ਮੈਨੂੰ ਇਹ ਗੱਲ ਦੱਸ ਦਿੱਤੀ ਹੈ, ਇਹ ਗੱਲ ਸਮਝਾ ਦਿੱਤੀ ਹੈ ਆਪਣੇ ਬਚਨਾਂ ਦੇ ਰਾਹੀਂ ਕਿ ਸੱਚ ਤੋਂ ਬਿਨਾ ਹੋਰ ਕੋਈ ਵੀ ਤੇਰਾ ਰਾਖਾ ਨਹੀਂ ਹੋ ਸਕਦਾ। ਜੋ ਸੱਚਾ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ। ਜਿਨ੍ਹਾਂ ਨੇ ਸੱਚ ਨੂੰ ਪਹਿਚਾਣ ਲਿਆ, ਸੱਚ ਸਮਝ ਲਿਆ। ਸੱਚ ਕੀ? ਜੋ ਕੁਝ ਹਾਜ਼ਰ ਨਾਜ਼ਰ ਹੈ, ਜੋ ਕੁਝ ਦਿਸਦਾ ਹੈ, ਇਹ ਝੂਠ ਹੈ। ਜੋ ਅਸੀਂ ਕੀ ਕਰ ਰਹੇ ਹਾਂ? ਸ਼ਰਮ ਕਰ ਰਹੇ ਹਾਂ। ਕਾਹਦੇ ਵਾਸਤੇ? ਜਿਹੜਾ ਵਿਸਰ ਜਾਣੀ ਹੈ। ਸਤਿਗੁਰੂ ਕਹਿੰਦੇ ਮਿਹਨਤ ਕਰ ਰਿਹਾ ਹੈ ਪਦਾਰਥਾਂ ਵਾਸਤੇ, ਪਰ ਸੱਚ ਵਾਸਤੇ ਬਿਲਕੁਲ ਵੀ ਮਿਹਨਤ ਨਹੀਂ ਹੈ। ਜਦੋਂ ਸੱਚ ਦੇ ਰਾਹ ਤੇ ਤੁਰ ਪਈਏ ਨਾ, ਫਿਰ ਮਨੁੱਖ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦੇ ਵਿੱਚ ਸਮਾਉਣ ਲੱਗ ਪੈਂਦਾ ਹੈ। ਜੋ ਸੱਚੇ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ। ਜਿਹੜੇ ਸੱਚ ਨਾਲ ਲੱਗ ਜਾਂਦੇ ਨੇ, ਉਹ ਫਿਰ ਸਦਾ ਚੰਗੇ ਕੰਮ ਕਰਦੇ ਹਨ, ਸਦਾ ਸੱਚੇ ਕੰਮ ਕਰਦੇ ਹਨ, ਕਿਉਂਕਿ ਉਹ ਸਦਾ ਸੱਚ ਦੀ ਕਾਰ ਦੇ ਨਾਲ ਹੀ ਜੁੜੇ ਰਹਿੰਦੇ ਹਨ। ਤਿਨਾਂ ਨਿਜ ਘਰ ਵਾਸਾ ਪਾਇਆ, ਸੱਚੇ ਮੈਲ ਰਹਨ। ਉਹਨਾਂ ਬੰਦਿਆਂ ਨੇ ਮਾਇਆ ਦੀ ਭਟਕਣਾ ਤੋਂ ਆਪਣੇ ਆਪ ਨੂੰ ਬਚਾ ਲਿਆ ਹੈ ਤੇ ਆਪਣੇ ਅੰਦਰ ਆਤਮੇ ਟਿਕਦੇ ਹੋਏ ਆਤਮਿਕ ਸ਼ਾਂਤੀ ਨੂੰ ਸਮਝ ਲਿਆ ਹੈ। ਤੇ ਐਸੇ ਬੰਦੇ ਫਿਰ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਹਾਜ਼ਰੀ ਵਿੱਚ ਰਹਿੰਦੇ ਹਨ। ਨਾਨਕ ਭਗਤ ਸੁਖੀਏ ਸਦਾ, ਸੱਚੇ ਨਾਮ ਰਚਨ। ਫਿਰ ਸਭ ਕਹਿੰਦੇ, ਹੇ ਨਾਨਕ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਹਨ। ਉਦੋਂ ਸਦਾ ਸਥਿਰ ਪ੍ਰਭੂ ਦੇ ਨਾਮ ਦੇ ਵਿੱਚ ਸਦਾ ਮਸਤ ਰਹਿੰਦੇ ਹਨ। ਇਹ ਅੰਮ੍ਰਿਤਮਈ ਪਾਵਨ ਅੱਜ ਦਾ ਸ਼ਬਦ, ਜਿਹਦੀ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਗਈ ਹੈ। ਮੈਂ ਪੂਰਾ ਹੀ ਸ਼ਬਦ ਅੱਜ ਵਿਚਾਰ ਦਿੱਤਾ ਹੈ, ਕਿਉਂਕਿ ਅੱਗੇ ਪੰਜਵੇਂ ਪਾਤਸ਼ਾਹ ਜੀ ਦੀ ਵਿਚਾਰ ਚੱਲਣੀ ਹੈ। ਸੋ ਕੋਸ਼ਿਸ਼ ਕਰਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਥੋੜ੍ਹਾ ਟਾਈਮ ਹੋਰ ਆਪਣਾ ਕੱਢ ਸਕਾਂ
ਬਹੁਤ ਪਿਆਰ ਆਪ ਸਾਰੀ ਗੁਰੂ ਕੀ ਸੰਗਤ ਬਖਸ਼ਦੇ ਹੋ। ਥੋੜ੍ਹੇ ਜਿਹੇ ਕਿਰਤ ਦੇ ਰੁਝਾਵੇਂ ਨੇ, ਕਿਉਂਕਿ ਜਦੋਂ ਅਸੀਂ ਕੰਮ ਗੁਰੂ ਨਾਨਕ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ, ਅਤੇ ਕਿਰਤ ਕਰਨ ਵਾਸਤੇ ਰਸਤੇ 'ਤੇ ਕਈ ਵਾਰੀ ਟਾਈਮ ਨਹੀਂ ਮਿਲਦਾ ਅਤੇ ਮੈਂ ਉਹਦੇ ਵਾਸਤੇ ਮਾफ़ੀ ਚਾਹੁੰਦਾ ਹਾਂ। ਪਰ ਜਦੋਂ ਸਮਾਂ ਮਿਲਦਾ ਹੈ ਮੈਂ ਆਪਣੀ ਡਿਊਟੀ ਪੂਰੀ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਜੀ। ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ